ਰਹਿੰਦਾ ਖੁੰਦਾ ਘਰ ਦੇ ਡਰਾ ਦਿੰਦੇ ਕਿ ਨਹੀਂ ਉੱਥੇ ਨਾ ਜਾਈਏ, ਉੱਥੇ ਡੰਡੇ ਵੱਜ ਜਾਣੇ ਆ, ਉੱਥੇ ਇਦਾਂ। ਇਸ ਕਰਕੇ ਅਸੀਂ ਇੰਨੇ ਕੁ ਢਿੱਲੇ ਪੈ ਗਏ ਕਿ ਆਪਣੇ ਹੱਕ ਲੈਣੇ ਹੀ ਛੱਡ ਦਿੱਤੇ। ਪਰ ਹੁਣ ਇਹ ਪ੍ਰੋਟੈਸਟ ਜਿਹੜੇ ਆ ਇਹ ਕਿਤੇ ਨਾ ਕਿਤੇ ਇਹ ਅਵੇਅਰਨੈਸ ਲੈ ਕੇ ਆਉਣਗੇ ਵਾਪਸ ਪੰਜਾਬ ਵਿੱਚ। ਸੋ ਜੇ ਇੱਕ ਵਰਗ ਡਿੱਗਦਾ ਹੈ ਤਾਂ ਉਹਦੇ ਨਾਲ ਸਿਰਫ ਇੱਕ ਵਰਗ ਨਹੀਂ, ਇੱਕ ਪੂਰੀ ਚੇਨ ਹਿਲਦੀ ਆ। ਸੋ ਇਹ ਸਾਰੀ ਚੇਨ ਦੇ ਹਿੱਲਣ ਦਾ ਅਸਰ ਜਿਹੜਾ ਹੈ ਨਾ ਉਹ ਮਹਿਸੂਸ ਕੀਤਾ ਹੈ ਸਾਰਿਆਂ ਨੇ, ਤਾਂ ਇੱਥੇ ਕਿਸਾਨ ਵੀ ਇਕੱਠੇ ਤੇ ਸ਼ਹਿਰੀ ਵੀ ਇਕੱਠੇ ਨੇ। ਇੱਕ ਵਰਗ ਦੀ ਮੰਗ ਬਾਰ-ਬਾਰ ਕਿਹਾ ਜਾਂਦਾ ਹੈ। ਇੱਥੇ ਵੱਖ-ਵੱਖ ਧਰਮ ਆਏ ਆ, ਉਹਨਾਂ ਨੇ ਸਾਈਨ ਦੇ ਦਿੱਤਾ, ਪਰ ਫੇਸਬੁੱਕ ਤੇ ਇੱਕ ਦੋ ਦਿਨ ਪਹਿਲਾਂ ਕੁਝ ਗਰਮ ਖਿਆਲੀਆਂ ਨੇ ਸਟੇਟਸ ਪਾਣੇ ਸ਼ੁਰੂ ਕਰਤੇ ਵੀ ਆ ਇੱਥੇ ਜਿਹੜਾ ਹਿੰਦੂ ਵਿਰੋਧੀ ਧਰਨਾ ਚੱਲ ਰਿਹਾ। ਉਹਨਾਂ ਦੇ ਮੂੰਹ ਤੇ ਇੱਕ ਇਕੱਠ ਵੀ ਚਪੇੜ ਹੈ, ਤੇ ਜਿਹੜੇ ਸਾਡੇ ਹਿੰਦੂ ਵੀਰ ਪਹੁੰਚੇ ਆ ਇੱਥੇ ਜਾਂ ਮੁਸਲਿਮ ਵੀਰ ਪਹੁੰਚੇ ਆ, ਇਹ ਜਵਾਬ ਨੇ ਉਹਨਾਂ ਦੀਆਂ ਗੱਲਾਂ ਦਾ ਕਿ ਇੱਥੇ ਹੋਇਆ ਕੀ ਹੈ। ਬਾਕੀ ਤੁਸੀਂ ਮੀਡੀਆ ਬੈਠੇ ਹੋ, ਤੁਸੀਂ ਉਹਨਾਂ ਨੂੰ ਦੱਸੋ ਜਾ ਕੇ ਕਿ ਇੱਥੇ ਹਿੰਦੂ ਵਿਰੋਧੀ ਕੀ ਸੀ ਜਾਂ ਮੁਸਲਿਮ ਵਿਰੋਧੀ ਕੀ ਸੀ ਜਾਂ ਸਿੱਖ ਵਿਰੋਧੀ ਕੀ ਸੀਗਾ। ਕਿਸਾਨੀ ਬਿੱਲਾਂ ਦੇ ਖਿਲਾਫ ਵੀਰ ਸਿੰਘ ਸਰਗਰਮ ਚੱਲ ਰਿਹਾ ਹੈ। ਜ਼ਰੂਰ ਜਿਹੜੇ ਆ ਤੁਹਾਨੂੰ ਦੱਸ ਦਈਏ, ਵੀਰ ਸਿੰਘ ਇੱਕ ਸ਼ਾਂਤਮਈ ਇਨਸਾਨ ਲੱਗਦੇ ਆ ਸ਼ਕਲ ਤੋਂ, ਪਰ ਇਹਨਾਂ ਦੀ ਕਲਮ ਜਿਹੜੀ ਹੈ ਬਹੁਤ ਕੁਝ ਲਿਖਦੀ ਹੈ, ਸਰਕਾਰਾਂ ਹਿਲਾਉਣ ਦਾ ਦਮ ਰੱਖਦੀ ਹੈ। ਵੀਰ ਸਿੰਘ ਨਾਲ ਹੀ ਅੱਗੇ ਜਿਹੜੀ ਗੱਲਬਾਤ ਕਰਾਂਗੇ। ਵੀਰ ਸਿੰਘ, ਅੱਜ ਸ਼ਹਿਰੀਆਂ ਦਾ ਧਰਨਾ, ਵੱਖ-ਵੱਖ ਪਾਸੇ ਟੋਲ ਪਲਾਜ਼ਾ ਦੇ ਧਰਨੇ ਲੱਗੇ, ਰਿਲਾਇੰਸ ਪੰਪ ਰੋਕੇ ਗਏ, ਪਰ ਸਾਰੇ ਜਿਹੜੇ ਨੇ ਪਿੰਡਾਂ ਵਿੱਚ ਲੱਗੇ ਸੀ। ਅੱਜ ਪਹਿਲਾ ਜਿਹੜਾ ਹੈ ਸ਼ਹਿਰੀਆਂ ਦਾ ਧਰਨਾ ਲੱਗਿਆ, ਤੁਸੀਂ ਇਸ ਤੇ ਆਪਣੇ ਕੀ ਵਿਚਾਰ ਦਿਓ? ਦੇਖੋ, ਬੜੀ ਵਧੀਆ ਗੱਲ ਇਹ ਹੈ ਕਿ ਅਸੀਂ ਜਾਗਰੂਕ ਹੋ ਰਹੇ ਹਾਂ, ਸਾਨੂੰ ਸਾਡੇ ਹਿਊਮਨ ਰਾਈਟਸ ਬਾਰੇ ਪਤਾ ਲੱਗਣਾ ਸ਼ੁਰੂ ਹੋਇਆ। ਪੰਜਾਬ ਨਾਲ ਹਮੇਸ਼ਾ ਇਹ ਚੀਜ਼ ਵਾਪਰਦੀ ਰਹੀ ਹੈ ਕਿ ਪੰਜਾਬ ਦੀਆਂ ਮੰਗਾਂ ਨੂੰ ਕਿਸੇ ਇੱਕ ਫਿਰਕੇ ਦੀ ਮੰਗ ਸਮਝ ਲਿਆ ਜਾਂਦਾ ਹੈ ਕਿ ਇਹ ਮੰਗ ਤਾਂ ਜੀ ਸਿੱਖਾਂ ਦੀ ਹੈ ਜਾਂ ਇਹ ਮੰਗ ਤਾਂ ਜੀ ਦਲਿਤਾਂ ਦੀ ਹੈ। ਕਦੇ ਵੀ ਉਸ ਮੰਗ ਨੂੰ ਮੰਗ ਨਹੀਂ ਸਮਝਿਆ ਗਿਆ, ਉਹਨੂੰ ਰਾਜਨੀਤੀ ਸਮਝਿਆ ਗਿਆ ਜਾਂ ਉਹਨੂੰ ਧਾਰਮਿਕ ਸਮਝਿਆ ਗਿਆ। ਸੋ ਪਹਿਲੀ ਗੱਲ ਤਾਂ ਇਹ ਕਿ ਇਸ ਮਸਲੇ ਤੇ ਜੇ ਸਾਰੇ ਇਕੱਠੇ ਹੋਏ ਆ ਤੇ ਇਹ ਬੜੀ ਸੈਲੀਬ੍ਰੇਸ਼ਨ ਵਾਲੀ ਗੱਲ ਹੈ ਕਿ ਐਟਲੀਸਟ ਪੰਜਾਬ ਦੇ ਵਿੱਚ ਏਕਤਾ ਤਾਂ ਵਾਪਸ ਆ ਰਹੀ ਹੈ। ਤੁਸੀਂ ਕਿਹਾ ਵੀ ਇੱਕ ਵਰਗ ਦੀ ਮੰਗ ਬਾਰ-ਬਾਰ ਕਿਹਾ ਜਾਂਦਾ ਹੈ। ਇੱਥੇ ਵੱਖ-ਵੱਖ ਧਰਮ ਆਏ ਆ, ਉਹਨਾਂ ਨੇ ਸਾਈਨ ਦੇ ਦਿੱਤਾ, ਪਰ ਫੇਸਬੁੱਕ ਤੇ ਇੱਕ ਦੋ ਦਿਨ ਪਹਿਲਾਂ ਕੁਝ ਗਰਮ ਖਿਆਲੀਆਂ ਨੇ ਸਟੇਟਸ ਪਾਣੇ ਸ਼ੁਰੂ ਕਰਤੇ ਵੀ ਆ ਇੱਥੇ ਜਿਹੜਾ ਹਿੰਦੂ ਵਿਰੋਧੀ ਧਰਨਾ ਚੱਲ ਰਿਹਾ। ਉਹਨਾਂ ਦੇ ਮੂੰਹ ਤੇ ਇੱਕ ਇਕੱਠ ਵੀ ਚਪੇੜ ਹੈ, ਤੇ ਜਿਹੜੇ ਸਾਡੇ ਹਿੰਦੂ ਵੀਰ ਪਹੁੰਚੇ ਆ ਇੱਥੇ ਜਾਂ ਮੁਸਲਿਮ ਵੀਰ ਪਹੁੰਚੇ ਆ, ਇਹ ਜਵਾਬ ਨੇ ਉਹਨਾਂ ਦੀਆਂ ਗੱਲਾਂ ਦਾ ਕਿ ਇੱਥੇ ਹੋਇਆ ਕੀ ਹੈ। ਬਾਕੀ ਤੁਸੀਂ ਮੀਡੀਆ ਬੈਠੇ ਹੋ, ਤੁਸੀਂ ਉਹਨਾਂ ਨੂੰ ਦੱਸੋ ਜਾ ਕੇ ਕਿ ਇੱਥੇ ਹਿੰਦੂ ਵਿਰੋਧੀ ਕੀ ਸੀ ਜਾਂ ਮੁਸਲਿਮ ਵਿਰੋਧੀ ਕੀ ਸੀ ਜਾਂ ਸਿੱਖ ਵਿਰੋਧੀ ਕੀ ਸੀਗਾ। ਵੀਰ ਸਿੰਘ ਜੀ, ਕਾਫੀ ਦੇਰ ਤੋਂ ਤੁਸੀਂ ਧਰਨਿਆਂ ਤੇ ਜਿਹੜੇ ਜਾ ਰਹੇ ਹੋ, ਧਰਨਿਆਂ ਤੇ ਤੁਸੀਂ ਵੀ ਐਕਟਿਵ ਰਹਿ ਰਹੇ ਹੋ, ਕਾਫੀ ਆਰਟਿਸਟ ਜਿਹੜੇ ਨੇ ਜਾ ਰਹੇ ਆ, ਪਰ ਗੱਲ ਇਹ ਆਉਂਦੀ ਹੈ ਵੀ ਸਰਕਾਰ ਬਿਲਕੁਲ ਧਿਆਨ ਹੀ ਨਹੀਂ ਦੇ ਰਹੀ। ਉਹ ਅੜੀ ਹੋਈ ਹੈ, ਉਹ ਕਹਿ ਰਹੀ ਹੈ ਅਸੀਂ ਬਿੱਲਾਂ ਵਾਪਸ ਨਹੀਂ ਲੈਣੀ, ਬਿੱਲ ਦੇ ਬਹੁਤ ਜ਼ਿਆਦਾ ਫਾਇਦੇ ਆ। ਮੋਦੀ ਸਾਹਿਬ ਵੀ ਕਹਿੰਦੇ ਆ ਮੈਂ ਕਿਸਾਨ ਦਾ ਪੁੱਤ ਹਾਂ ਤੇ ਇਹ ਫਾਇਦੇਮੰਦ ਹੈ। ਦੇਖੋ, ਗੱਲ ਇਹ ਹੈ ਕਿ ਇਹਨਾਂ ਧਰਨਿਆਂ ਦਾ ਜਿਹੜਾ ਫਾਇਦਾ ਮੈਨੂੰ ਦਿਸਦਾ ਹੈ, ਡਾਇਰੈਕਟਲੀ ਫਾਇਦਾ ਜਿਹੜਾ ਦਿਸਦਾ ਹੈ, ਉਹ ਹੈ ਕਿ ਅਵੇਅਰਨੈਸ ਹੈ। ਇਹ ਇਕੱਠ ਹੋ ਰਹੇ ਨੇ, ਤੁਸੀਂ ਪਹੁੰਚੇ ਹੋ ਇੱਥੇ, ਤੁਸੀਂ ਕਿਉਂ ਪਹੁੰਚੇ ਹੋ? ਕਿਉਂਕਿ ਧਰਨਾ ਹੈ ਇੱਥੇ। ਤੁਸੀਂ ਵੈਸੇ ਤਾਂ ਘਰੇ ਹੀ ਹੋਣਾ ਸੀਗਾ ਅੱਜ, ਹੈ ਨਾ। ਤੁਹਾਡੇ ਜ਼ਰੀਏ, ਇਹਨਾਂ ਧਰਨਿਆਂ ਦੇ ਜ਼ਰੀਏ ਇੱਕ ਅਵੇਅਰਨੈਸ ਜਿਹੜੀ ਆ ਉਹ ਸ਼ੁਰੂ ਹੋ ਗਈ ਆ। ਪਹਿਲਾਂ ਨੌਜਵਾਨ ਡਰਦਾ ਹੁੰਦਾ ਸੀਗਾ ਕਿ ਯਾਰ ਪ੍ਰੋਟੈਸਟ ਇਜ਼ ਸਮਥਿੰਗ ਇਲੀਗਲ, ਉਹਨੂੰ ਲੱਗਦਾ ਸੀ ਵੀ ਆਪਣੇ ਹੱਕਾਂ ਦੀ ਗੱਲ ਕਰਨਾ ਇਹ ਨਾ ਇਲੀਗਲ ਹੈ, ਕਿਉਂਕਿ ਡਰਾ ਇਹਨਾਂ ਦਿੱਤਾ ਸੀ ਸਿਸਟਮ ਨੇ ਦਿਮਾਗ 'ਚ ਗੱਲ ਪਾਤੀ ਹੋਈ ਆ। ਉਤੋਂ ਰਹਿੰਦਾ ਖੁੰਦਾ ਘਰ ਦੇ ਡਰਾ ਦਿੰਦੇ ਕਿ ਨਹੀਂ ਉੱਥੇ ਨਾ ਜਾਈਏ, ਉੱਥੇ ਡੰਡੇ ਵੱਜ ਜਾਣੇ ਆ, ਉੱਥੇ ਇਦਾਂ। ਇਸ ਕਰਕੇ ਅਸੀਂ ਇੰਨੇ ਕੁ ਢਿੱਲੇ ਪੈ ਗਏ ਕਿ ਆਪਣੇ ਹੱਕ ਲੈਣੇ ਹੀ ਛੱਡ ਦਿੱਤੇ। ਪਰ ਹੁਣ ਇਹ ਪ੍ਰੋਟੈਸਟ ਜਿਹੜੇ ਆ ਇਹ ਕਿਤੇ ਨਾ ਕਿਤੇ ਇਹ ਅਵੇਅਰਨੈਸ ਲੈ ਕੇ ਆਉਣਗੇ ਵਾਪਸ ਪੰਜਾਬ ਵਿੱਚ। ਤੇ ਕਾਫੀ ਸੰਘਰਸ਼ ਚੱਲਦੇ ਰਹੇ ਸੀ, ਇਹਦਾ ਵੀ ਸੰਘਰਸ਼ ਚੱਲਿਆ, ਹੁਣ ਵੀ ਇਹ ਸੰਘਰਸ਼ ਚੱਲ ਰਿਹਾ, ਬਟ ਐਂਡ ਆਫ ਦਾ ਡੇ ਉਹਦਾ ਕੁਝ ਸਿੱਟਾ ਨਹੀਂ ਨਿਕਲਿਆ। ਦੇਖੋ, ਸੰਘਰਸ਼ ਜਿਹੜੇ ਆ ਅਜੇ ਤਾਂ ਸ਼ੁਰੂ ਹੋਇਆ ਹੈ, ਸੰਘਰਸ਼ ਅਜੇ ਤਾਂ ਬਹੁਤ ਲੰਬਾ ਜਾਣਾ ਆ, ਠੀਕ ਹੈ। ਜਦ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਸੰਘਰਸ਼ ਕੰਟੀਨਿਊਸ ਰਹਿਣਾ ਆ। ਸੋ ਆਪਾਂ ਇਹਦਾ ਫਿਊਚਰ ਹੁਣੇ ਡਿਸਾਈਡ ਨਹੀਂ ਕਰ ਸਕਦੇ ਵੀ ਇਹ ਫੇਲ ਹੋਊਗਾ ਜਾਂ ਇਹ ਸਰਵਾਈਵ ਕਰੂਗਾ। ਜੇ ਅਸੀਂ ਫੇਲ ਹੋਣ ਦੀ ਸੋਚ ਕੇ ਬਹਿ ਜਾਈਏ ਹੁਣੇ ਤਾਂ ਫਿਰ ਤਾਂ ਘਰੋਂ ਨਿਕਲਣ ਨੂੰ ਜੀ ਨਹੀਂ ਕਰੂਗਾ ਸਾਹਿਬ ਜੀ। ਅਸੀਂ ਜੇ ਨਿਕਲੇ ਆ ਤਾਂ ਇਹ ਸੋਚ ਕੇ ਨਿਕਲੇ ਆ ਕਿ ਅਸੀਂ ਜਿੱਤ ਕੇ ਵਾਪਸ ਆਵਾਂਗੇ। ਵੀਰ ਸਿੰਘ ਜੀ, ਅੱਜ ਕਾਫੀ ਵਪਾਰੀ ਵੀ ਆਏ ਨੇ, ਵਪਾਰੀ ਵਰਗ ਤੋਂ ਵੀ ਕਾਫੀ ਅੱਜ ਲੁਧਿਆਣੇ ਲੋਕ ਆਏ ਆ, ਕਿਉਂਕਿ ਲੁਧਿਆਣਾ ਹੱਬ ਕਿਹਾ ਜਾਂਦਾ ਹੈ। ਤੁਸੀਂ ਸਿੰਗਰਸ ਵੀ ਆਏ ਹੋ, ਵੀ ਮੇਰਾ ਸਵਾਲ ਹੈ ਬਾਕੀ ਵਰਗਾਂ ਵਾਸਤੇ ਕਿੰਨਾ ਉਹ ਖਤਰਨਾਕ ਹੋ ਸਕਦਾ ਇਹ ਬਿੱਲ? ਹਾਂਜੀ, ਜੇ ਤੁਸੀਂ ਬਿੱਲ ਦੀ ਗੱਲ ਕਰਦੇ ਆ, ਦੇਖੋ ਇਹਦੇ ਨਾਲ ਆੜਤੀਆ ਤਾਂ ਪਹਿਲਾਂ ਹੀ ਗਿਆ, ਉਸ ਤੋਂ ਬਾਅਦ ਜਿਹੜੇ ਨਿੱਕੇ ਬੀਜ ਸਟੋਰ ਆ ਜਾਂ ਖਾਦਾਂ ਵਾਲੇ ਸਟੋਰ ਆ ਉਹ ਵੀ ਜਾਂਦੇ ਰਹਿਣਗੇ। ਉਸ ਤੋਂ ਬਾਅਦ ਜਿਹੜੇ ਸਟੋਰਸ ਆ, ਛੋਟੇ ਸਟੋਰਸ ਆ ਜਿੰਨੇ ਵੀ, ਉਹ ਵੀ ਜਾਂਦੇ ਰਹਿਣਗੇ। ਸੋ ਕਿਤੇ ਨਾ ਕਿਤੇ ਡਾਇਰੈਕਟਲੀ ਇੰਡਾਇਰੈਕਟਲੀ, ਹੁਣ ਇੱਕ ਐਗਜ਼ਾਮਪਲ ਦਿੰਦਾ ਹੈ, ਆਪਣੇ ਗੁਰਸਾਹਿਬ ਵੀਰ ਨੇ ਇੱਥੇ, ਉਹਨਾਂ ਦਾ ਕੰਮ ਹੈ ਟਰੈਕਟਰਾਂ ਦੇ ਸਪੇਅਰ ਪਾਰਟਸ ਦਾ। ਤੁਹਾਨੂੰ ਨਹੀਂ ਲੱਗਦਾ ਵੀ ਜੇ ਕਿਸਾਨੀ ਦੇ ਫਰਕ ਪੈਂਦਾ ਤਾਂ ਸਪੇਅਰ ਪਾਰਟਸ ਤੇ ਵੀ ਫਰਕ ਪਊਗਾ? ਉਹਨਾਂ ਦੇ ਕਿਤੇ ਨੂੰ ਵੀ ਇਸ ਚੀਜ਼ ਨੇ ਕਿਤੇ ਨਾ ਕਿਤੇ ਨੁਕਸਾਨ ਪਹੁੰਚਾਉਣਾ ਹੈ। ਸੋ ਜੇ ਇੱਕ ਵਰਗ ਡਿੱਗਦਾ ਹੈ ਤਾਂ ਉਹਦੇ ਨਾਲ ਸਿਰਫ ਇੱਕ ਵਰਗ ਨਹੀਂ, ਇੱਕ ਪੂਰੀ ਚੇਨ ਹਿਲਦੀ ਆ। ਸੋ ਇਹ ਸਾਰੀ ਚੇਨ ਦੇ ਹਿੱਲਣ ਦਾ ਅਸਰ ਜਿਹੜਾ ਹੈ ਨਾ
ਉਹ ਮਹਿਸੂਸ ਕੀਤਾ ਹੈ ਸਾਰਿਆਂ ਨੇ, ਤਾਂ ਇੱਥੇ ਕਿਸਾਨ ਵੀ ਇਕੱਠੇ ਤੇ ਸ਼ਹਿਰੀ ਵੀ ਇਕੱਠੇ ਨੇ। ਸੋ ਅਸੀਂ ਹੁਣ ਵੀਰ ਸਿੰਘ ਨਾਲ ਗੱਲਬਾਤ ਕਰਕੇ ਹਟੇ ਹਾਂ ਤੇ ਉਹਨਾਂ ਦਾ ਕਹਿਣਾ ਵੀ ਇਹ ਸਿਰਫ ਕਿਸਾਨਾਂ ਵਾਸਤੇ ਨਹੀਂ, ਬਾਕੀ ਜਿਹੜੇ ਕਾਰਪੋਰੇਟ ਤੁਹਾਨੂੰ ਦੱਸ ਦਈਏ ਵੀ ਜਿਵੇਂ ਛੋਟੇ ਵਪਾਰ ਨੇ ਉਹ ਵੀ ਜਿਹੜੇ ਨੇ ਇਸ ਬਿੱਲ ਕਰਕੇ ਜਿਹੜੇ ਨੇ ਬਿਲਕੁਲ ਖਤਮ ਹੋ ਜਾਣਗੇ। ਵੀਰ ਸਿੰਘ ਦੀ ਲਿਖਾਵਟ ਜਿਹੜੀ ਹੈ ਹਮੇਸ਼ਾ ਜਿਹੜੀ ਹੈ ਜਾਗਰੂਕਤਾ ਫੈਲਾਉਂਦੀ ਰਹੀ ਹੈ, ਹਮੇਸ਼ਾ ਜਿਹੜੇ ਉਹਨਾਂ ਨੇ ਸਮਾਜ 'ਚ ਕੁਰੀਤੀਆਂ ਫੈਲਦੀਆਂ ਰਹੀਆਂ ਉਹਦੇ ਬਾਰੇ ਜਿਹੜੇ ਉਹਨਾਂ ਨੇ ਆਪਣੇ ਲਿਖਾਵਟ ਵਿੱਚ ਗੱਲਬਾਤ ਕੀਤੀ ਹੈ। ਸੋ ਇਹ ਸੀਗੀ ਅੱਜ ਦੀ ਖਬਰ। ਵਧੇਰੀ ਖਬਰਾਂ ਲਈ ਜੁੜੇ ਰਹੋ ਲੁਧਿਆਣਾ ਟਾਈਮਸ ਦੇ ਨਾਲ। ਕੈਮਰਾਮੈਨ ਸਤਵੰਤ ਮਥਾਰੂ ਦੇ ਨਾਲ ਕੁਵਰਜੋਤ ਸਿੰਘ ਦੀ ਰਿਪੋਰਟ। ਵਧੇਰੇ ਜਾਣਕਾਰੀ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪਬਲਿਕ ਟਾਈਮਜ਼ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲੋ।